ਜਦੋਂ ਕਬੀਰ ਸਾਹਿਬ ਰਾਮ ਦੀ ਗੱਲ ਕਰਦੇ ਨੇ ਤੇ ਉਹ ਕਿਹੜੇ ਰਾਮ ਦੀ ਗੱਲ ਕਰ ਰਹੇ ਨੇ? ਰਾਮ ਕਹਿਨ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੇ ਕਹੇ ਸੋਈ ਕੋਤਕ ਹਾਰ। ਇੱਕ ਰਾਮ ਉਹ ਹੈ ਜਿਹੜਾ ਘੱਟ ਘੱਟ ਵਿੱਚ ਵਸਿਆ ਹੋਇਆ, ਰਮਿਆ ਹੋਇਆ ਰਾਮ। ਰਾਮ ਤੋਂ ਭਾਵ ਹੈ ਜਿਹੜਾ ਰਮਿਆ ਹੋਇਆ, ਜਿਹੜਾ ਜ਼ਰਰੇ ਜ਼ਰਰੇ ਵਿੱਚ ਸਮਾਇਆ ਹੋਇਆ। ਤੇ ਇੱਕ ਰਾਮ ਉਹ ਹੈ ਜਿਸ ਦੀ ਤੁਸੀਂ ਰਾਮਲੀਲਾ ਕਰ ਲੈਂਦੇ ਹੋ, ਰਸ ਲੀਲਾ ਕਰ ਲੈਂਦੇ ਹੋ ਤੇ ਕਹਿੰਦੇ ਹੋ ਕਿ ਅਸੀਂ ਅੱਜ ਰਾਮ ਦੀ ਭਗਤੀ ਕਰ ਲਈ। ਸੋ ਇਹ ਭੇਦ ਹੈ ਕਹਿਣ ਦੇ ਵਿੱਚ। ਕੀ ਤੂੰ ਰਮੇ ਹੋਏ ਰਾਮ ਨੂੰ ਰਪਿਆ, ਉਸ ਨੂੰ ਯਾਦ ਕੀਤਾ, ਜਾਂ ਉਸ ਨੂੰ ਯਾਦ ਕੀਤਾ ਜਿਹਦੀ ਰਾਮਲੀਲਾ ਕਰਕੇ ਤੂੰ ਕਹਿਣਾ ਕਿ ਮੈਂ ਦਸ਼ਰਥ ਦੇ ਪੁੱਤਰ ਰਾਮ ਦੀ ਆਰਾਧਨਾ ਕੀਤੀ ਹੈ? ਮੈਂ ਇੱਥੇ ਇੱਕ ਟੂਕ ਦੇਣਾ ਚਾਹਾਂਗਾ ਰਮਾਇਣ ਦੀ। ਸੁੰਦਰ ਕਾਂਡ ਤੋਂ ਬਾਅਦ ਜਦੋਂ ਰਾਮ ਜੀ ਇੱਕ ਰਾਮਕਾਰ ਲਗਾ ਕੇ ਸੀਤਾ ਨੂੰ ਕਹਿੰਦੇ ਨੇ ਬਈ ਇਸ ਨੂੰ ਪਾਰ ਨਹੀਂ ਕਰਨਾ, ਤੇ ਉਹ ਪਾਰ ਕਰਦੇ ਨੇ, ਸੀਤਾ ਪਾਰ ਕਰਦੇ ਹੀ ਤੇ ਉਹ ਰਾਵਣ ਉਹਨਾਂ ਨੂੰ ਸੀਤਾ ਹਰਨ ਕਰ ਲੈਂਦਾ, ਲੰਕਾ ਵਿੱਚ ਲੈ ਜਾਂਦਾ। ਹੁਣ ਰਾਮ ਜੀ ਉਸ ਵਿਛੋੜੇ ਦੇ ਅੰਦਰ, ਸੀਤਾ ਦੇ ਵਿਛੋੜੇ ਦੇ ਵਿੱਚ ਜਿਹੜੀ ਗੱਲ ਕਰਦੇ ਨੇ, ਜੋ ਤੁਲਸੀ ਰਮਾਇਣ ਦੇ ਵਿੱਚ ਆਉਂਦੀ ਹੈ, ਉਹ ਕੀ ਕਹਿੰਦੇ ਨੇ? ਰਾਮ ਵਿਲਖ ਵਿਲਖ ਕੇ ਪੁੱਛਦੇ ਨੇ, ਹੇ ਦਰਖਤ ਕੇ ਪੱਤੇ ਬਤਾਓ ਮੇਰੀ ਸੀਤਾ ਕਹਾਂ ਹੈ। ਹਿਰਨ ਦੀਆਂ ਡਾਰਾਂ ਜਾਂਦੀਆਂ ਨੇ, ਪੁੱਛਦੇ ਨੇ ਬਤਾਓ ਮੇਰੀ ਸੀਤਾ ਕਹਾਂ ਹੈ। ਹਾਰ ਹੁੱਟ ਕੇ ਕਹਿੰਦੇ ਨੇ ਹੇ ਰਾਮ ਬਤਾਓ ਮੇਰੀ ਸੀਤਾ ਕਹਾਂ ਹੈ। ਭਾਵ ਰਮਾਇਣ ਦੇ ਅੰਦਰ ਵੀ ਉਹ ਜਦੋਂ ਹੇ ਰਾਮ ਕਹਿੰਦੇ ਨੇ ਤੇ ਆਪਣੇ ਆਪ ਨੂੰ ਤਾਂ ਕੋਈ ਨਹੀਂ ਕਹਿੰਦਾ ਨਾ। ਜਦੋਂ ਕੋਈ ਦੁਖੀ ਹੁੰਦਾ ਕਹਿੰਦਾ ਹਾਏ ਮਾਂ, ਤੇ ਜੇ ਕਹਿੰਦੇ ਹਾਏ ਰੱਬਾ, ਆਪਣੇ ਨਾ ਆਪਣਾ ਆਪ ਤੇ ਉਹਦਾ ਉਹ ਇੰਨਾ ਡੈਸਪਰੇਟ ਹੁੰਦਾ ਕਿ ਆਪਣਾ ਤੇ ਨਾਂ ਨਿਕਲਦਾ ਹੀ ਨਹੀਂ। ਮਾਂ ਦਾ ਨਾਂ ਨਿਕਲਦਾ ਜਿੰਨੇ ਜਾਇਆ, ਜਾਂ ਰੱਬ ਦਾ ਨਾਂ ਨਿਕਲਦਾ ਜਿੰਨੇ ਪਾਲਿਆ ਸਾਰਿਆਂ ਨੂੰ। ਤੇ ਉਹ ਵੀ ਕਹਿੰਦੇ ਨੇ ਰਮਾਇਣ ਦੇ ਅੰਦਰ ਹੇ ਰਾਮ ਮੁਝੇ ਬਤਾਓ ਮੇਰੀ ਸੀਤਾ ਕਹਾਂ ਹੈ। ਤੇ ਉਸ ਰਾਮਚੰਦਰ ਜੀ ਨੇ ਵੀ ਕਿਸ ਰਾਮ ਦੀ ਆਰਾਧਨਾ ਕੀਤੀ? ਭਗਤ ਕਬੀਰ ਜੀ ਇਹ ਗੱਲ ਕਹਿੰਦੇ ਨੇ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੇ ਕਹੇ ਸੋਈ ਕੋਤਕ ਹਾਰ। ਕਬੀਰ, ਹੁਣ ਅਗਲਾ ਸ਼ਲੋਕ ਹੈ, ਕਬੀਰ ਰਾਮੇ ਰਾਮ ਕਹੋ ਕਹੇ ਬੇ ਮਹਿ ਵਿਵੇਕ। ਜਦੋਂ ਰਾਮ ਆਖੋ ਤੇ ਤੁਹਾਡੇ ਮਨ ਦੇ ਵਿੱਚ ਵਿਵੇਕ ਪਤਾ ਹੋਣਾ ਚਾਹੀਦਾ ਕਿਸ ਰਾਮ ਦੀ ਆਰਾਧਨਾ ਕਰ ਰਹੇ ਹੋ। ਏਕ ਅਨੇਕਾ ਮਿਲ ਗਿਆ, ਏਕ ਸਮਾਨਾ ਏਕ। ਉਹ ਜੋ ਇੱਕ ਹੈ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ, ਉਸ ਰਾਮ ਦੀ ਗੱਲ ਕਰ ਰਹੀ ਹੈ। ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਤਾਂ ਆਪਣੇ ਸਰੀਰ ਨਾਲ ਵੀ ਕਿਸੇ ਨੂੰ ਜੋੜਨ ਦੀ ਗੱਲ ਨਹੀਂ ਕੀਤੀ। ਆਪਣੇ ਆਪ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਵੀ ਸਿੱਧ ਪੁੱਛਦੇ ਨੇ ਨਾ, ਤੇ ਉਹ ਕਿਹਦੇ ਨਾਲ ਕਹਿੰਦੇ ਨੇ? ਸ਼ਬਦ ਨਾਲ ਜੁੜ ਬਾਈ। ਉਹ ਸ਼ਬਦ ਜਿਹੜਾ ਧੁਰ ਦਰਗਾਹ ਤੋਂ ਆਇਆ, ਮੇਰੇ ਨਾਲ ਜੁੜਨ ਦੀ ਗੱਲ ਨਹੀਂ ਹੈ, ਗੁਰੂ ਸਾਹਿਬ ਨਾਲ ਜੁੜਨ ਦੀ ਗੱਲ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਵੀ ਤੁਹਾਡੇ ਤੋਂ ਬਾਅਦ ਕੌਣ ਹੋਏਗਾ ਵਾਰਸ? ਗੁਰੂ ਗ੍ਰੰਥ ਤੇ ਗੁਰੂ ਪੰਥ। ਫਿਰ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ 'ਚ ਵੀ ਆਉਂਦਾ ਹੈ, ਬਾਣੀ ਜਿਹੜੀ ਹੈ ਨਿਰਗੁਣ ਸਰੂਪ ਹੈ, ਉਹਦਾ ਜਿਹੜਾ ਜ਼ਾਹਰਾ ਸਰੂਪ ਹੈ ਉਹ ਪੰਥ ਹੈ, ਉਹ ਸਿੱਖ ਹੈ। ਹੁਣ ਸਵਾਲ ਉੱਠਦਾ ਹੈ ਕਿ ਜਿਸ ਨਿਰਗੁਣ ਤੇ ਸਰਗੁਣ ਦੀ ਗੱਲ ਬਾਣੀ ਵਿੱਚ ਕੀਤੀ ਗਈ ਹੈ, ਉਸ ਵਿੱਚ ਨਿਰਗੁਣ ਦਾ ਸਰੂਪ ਕੀ ਹੈ ਤੇ ਉੱਥੋਂ ਤੱਕ ਅਸੀਂ ਕਿਵੇਂ ਪਹੁੰਚਣਾ ਹੈ, ਉਹਦੀ ਭਗਤੀ ਕਿਵੇਂ ਕੀਤੀ ਜਾਏ। ਮੈਨੂੰ ਇੱਥੇ ਸਰਵਪੱਲੀ ਰਾਧਾ ਕ੍ਰਿਸ਼ਨਨ ਨੇ ਜਦੋਂ ਇੰਡੀਅਨ ਫਿਲਾਸਫੀ ਦੀ ਕਿਤਾਬ ਲਿਖੀ, ਕਿਉਂਕਿ ਇਹ ਫਿਲਾਸਫੀ ਕਾਲਜ ਵਿੱਚ ਪੜ੍ਹਾਇਆ ਕਰਦੇ ਸਨ, ਇਹ ਵਾਈਸ ਪ੍ਰੈਜ਼ੀਡੈਂਟ ਵੀ ਰਹੇ, ਉਹ ਪ੍ਰੈਜ਼ੀਡੈਂਟ ਵੀ ਰਹੇ, ਔਰ ਇਹਨਾਂ ਦੀ ਜਿਹੜੀ ਕਲਾਸਿਕ ਇੱਕ ਇਹਨਾਂ ਦਾ ਕੰਪੈਰੇਟਿਵ ਰਿਲੀਜਨ ਹੈ ਬੁੱਕ, ਔਰ ਇੱਕ ਹੈ ਇੰਡੀਅਨ ਫਿਲਾਸਫੀ। ਉਸ ਵਿੱਚ ਲਿਖਦੇ ਹਨ ਕਿ ਐਬਸੋਲਿਊਟ ਇਜ਼ ਅ ਮੈਟਰ ਆਫ ਜੋਏ। ਕਿ ਤੁਸੀਂ ਜੇਕਰ ਆਨੰਦਿਤ ਹੋਣਾ ਚਾਹੁੰਦੇ ਹੋ ਤਾਂ ਐਬਸੋਲਿਊਟ, ਯਾਨੀ ਕਿ ਜਿਹੜੀ ਅਮੂਰਤਨ ਚੀਜ਼ ਹੈ,
ਜਦੋਂ ਉਸ ਦਾ ਧਿਆਨ ਕਰਦੇ ਹੋ ਤਾਂ ਤੁਹਾਡੇ ਅੰਦਰ ਇੱਕ ਆਨੰਦ ਦੀ ਲਹਿਰ ਆਉਂਦੀ ਹੈ। ਪਰਮ ਆਨੰਦ ਪ੍ਰਾਪਤ ਕਰਨ ਦੇ ਲਈ ਤੁਹਾਡੇ ਮਨ ਦੇ ਵਿੱਚ ਇੱਕ ਖੋਜ ਚਾਹੀਦੀ ਹੈ, ਇੱਕ ਲਲਕ ਚਾਹੀਦੀ ਹੈ। ਕਿਸ ਦੀ? ਉਹ ਅੰਤ, ਲਾਸਟ ਕੀ ਹੈ, ਅਖੀਰਲੀ ਗੱਲ ਕੀ ਹੈ। ਜਦੋਂ ਤੁਸੀਂ ਉਸ ਦਾ ਧਿਆਨ ਕਰਦੇ ਹੋ ਤਾਂ ਤੁਹਾਡੇ ਅੰਦਰ ਇੱਕ ਵਿਸਮਾਦ, ਇੱਕ ਵੰਡਰ, ਇੱਕ ਵਾਹ ਨਿਕਲਦਾ। ਉਹ ਤੁਹਾਡੇ ਅੰਦਰ ਦੇ ਆਨੰਦ ਦਾ ਲਖਾਇਕ ਹੈ। ਜਦੋਂ ਤੁਸੀਂ ਨਿਰਗੁਣ ਵੱਲ ਧਿਆਨ ਕਰਦੇ ਹੋ, ਉਹ ਪਰਮਾਤਮਾ, ਇਹ ਸ੍ਰਿਸ਼ਟੀ ਕੁਛ ਨਹੀਂ ਸੀ, ਕੀ ਸੀ? ਜਦੋਂ ਉਸ ਵੱਲ ਤੁਹਾਡਾ ਖਿਆਲ ਵੀ ਜਾਂਦਾ ਹੈ ਨਾ, ਤੇ ਤੁਹਾਡੇ ਇੱਕਦਮ ਮਨ ਦੇ ਅੰਦਰ ਇੱਕ ਵਿਸ਼ਾਲਤਾ ਦਾ ਅਨੁਭਵ ਆਉਂਦਾ ਹੈ। ਪਾਤਸ਼ਾਹ ਉਸ ਵਿਸ਼ਾਲਤਾ ਦੀ ਗੱਲ ਕਰ ਰਹੇ ਨੇ। ਉਹ ਸ਼ਕਤੀ ਜਿਹੜੀ ਨਾਨ ਕੰਪਰੀਹੈਂਡੇਬਲ ਹੈ, ਜਿਹੜੇ ਸਾਡੀ ਕੰਪਰੀਹੈਂਸ਼ਨ ਵਿੱਚ ਨਹੀਂ ਆ ਸਕਦੀ। ਕਿਉਂ ਨਹੀਂ ਆ ਸਕਦੀ? ਕਿਉਂਕਿ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਉਸ ਪਰਮਾਤਮਾ ਦੀ ਹੋਂਦ ਤੋਂ ਬਗੈਰ ਹੋਵੇ। ਉਹ ਨਿਰਗੁਣ ਜਿਸ ਨੇ ਸਾਰਾ ਕੁਝ ਸਿਰਜਿਆ ਹੈ, ਫਿਰ ਇਸ ਨੂੰ ਸੰਭਾਲ ਰਿਹਾ ਹੈ, ਇਸ ਦੀ ਪਲ ਪਲ ਪਾਲਣਾ ਕਰ ਰਿਹਾ ਹੈ। ਇਹ ਮੇਰਾ ਸਰੀਰ ਕਿਹਨੇ ਬਣਾਇਆ ਹੈ? ਠੀਕ ਹੈ, ਮਾਤਾ ਤੇ ਪਿਤਾ ਦੇ ਸੰਯੋਗ ਨਾਲ ਇਹ ਸਰੀਰ ਬਣਿਆ, ਪਰ ਮਾਤਾ ਪਿਤਾ ਨੂੰ ਕਿਹਨੇ ਬਣਾਇਆ? ਅਖੀਰ ਵਿੱਚ ਕਿੱਥੇ ਜਾ ਪਹੁੰਚੇਗੀ? ਤੁਹਾਨੂੰ ਲਾਸਟ ਵਿੱਚ ਉਹ ਪਰਮਾਤਮਾ ਹੀ ਆਵੇਗਾ। ਕਿ ਇਹ ਸਰੀਰ ਮਾਤਾ ਪਿਤਾ ਦੇ ਸੰਯੋਗ ਨਾਲ ਇਸ ਸੰਸਾਰ ਵਿੱਚ ਆ ਗਿਆ, ਪਰ ਮੇਰਾ ਰਿਲੇਸ਼ਨ ਇਸ ਕੁਦਰਤ ਨਾਲ ਵੀ ਤੇ ਹੈ। ਜਦ ਤੱਕ ਇਹ ਜਿਹੜੇ ਬਾਹਰਲੇ ਪਦਾਰਥ ਨੇ, ਅੰਨ ਹੈ, ਪਾਣੀ ਹੈ, ਇਹ ਜਿੰਨੇ ਪਦਾਰਥ ਨੇ, ਘਰ ਹੈ, ਕੱਪੜੇ ਹੈ, ਇਹਨਾਂ ਤੋਂ ਬਗੈਰ ਮੇਰਾ ਜੀਵਨ ਸੰਭਵ ਹੈ। ਤੈਨੂੰ ਇਸ ਕੁਦਰਤ ਦੇ ਨਾਲ ਵੀ ਤੇ ਸੰਯੋਗ ਚਾਹੀਦਾ ਹੈ। ਕੁਦਰਤ ਕਿੰਨੇ ਸਾਜੀ? ਇਹ ਪੌਣ ਕਿੰਨੇ ਬਣਾਈ? ਇਹ ਪਾਣੀ ਕਿੰਨੇ ਬਣਾਇਆ? ਅਖੀਰ ਭਾਵ ਇਸ ਸਾਰੇ ਦੇ ਵਿੱਚ ਪਰਮਾਤਮਾ ਰਮਿਆ ਹੋਇਆ ਹੈ। ਇਸ ਸਰੀਰ ਦੇ ਅੰਦਰ ਇੱਕ ਮਨ ਹੈ, ਇੱਕ ਆਤਮਾ ਹੈ। ਇਸੇ ਸਰੀਰ ਦੇ ਅੰਦਰ ਤੁਸੀਂ ਕਹਿੰਦੇ ਹੋ ਮੇਰਾ ਖਿਆਲ ਹੈ। ਅਸੀਂ ਆਮ ਤੌਰ 'ਤੇ ਕਹਿੰਦੇ ਮੇਰਾ ਖਿਆਲ ਹੈ। ਇਹ ਖਿਆਲ ਪੈਦਾ ਕਰਨ ਵਾਲਾ ਕੌਣ ਹੈ? ਇਹ ਖਿਆਲ ਪੈਦਾ ਕਿੱਥੋਂ ਹੁੰਦੇ ਨੇ? What is the source of this thought? ਫਿਰ ਕਈਆਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਖਿਆਲ ਹੈ ਨਾ, ਇਹ ਖਿਆਲਾਂ ਨੂੰ ਛੱਡ ਦਿਓ, ਥਾਟਲੈਸਨੈਸ ਵਿੱਚ ਜਾਓਗੇ ਤਾਂ ਤੁਹਾਨੂੰ ਬੜਾ ਆਨੰਦ ਮਿਲੇਗਾ। ਉਹ ਸੂਖਮ ਵਿੱਚ ਚਲੇ ਜਾਓ, ਥਾਟਲੈਸਨੈਸ ਵਿੱਚ ਚਲੇ ਜਾਓਗੇ, ਸ਼ੂਨਿਆ ਵਿੱਚ ਚਲੇ ਜਾਓ, ਤੁਹਾਨੂੰ ਬੜਾ ਆਨੰਦ ਮਿਲੇਗਾ। ਪਾਤਸ਼ਾਹ ਉਸ ਸੂਖਮਤਾ ਦੇ ਵਿੱਚ ਵੀ, ਉਸ ਸ਼ੂਨਿਆ ਦੇ ਵਿੱਚ ਵੀ ਬਹਿਣ ਦੀ ਗੱਲ ਨਹੀਂ ਕਰਦੇ। ਠੀਕ ਹੈ, ਮੇਰੀ ਦਾ ਜਦੋਂ ਖਿਆਲ ਖਤਮ ਹੋਏਗਾ ਤੁਸੀਂ ਸ਼ੂਨਿਆ ਵਿੱਚ ਪਹੁੰਚੋਗੇ, ਪਰ ਸ਼ੂਨਿਆ ਤੋਂ ਅੱਗੇ ਵੀ ਜਾਣ ਦੀ ਗੱਲ ਪਾਤਸ਼ਾਹ ਕਰਦੇ ਨੇ। ਉਹ ਗੱਲ ਕਿਹੜੀ ਹੈ? ਉਹ ਉਸ ਬਾਣੀ ਮੰਡਲ ਦੀ ਗੱਲ ਕਰਦੇ ਨੇ, ਉਸ ਸ਼ਬਦ ਦੀ ਗੱਲ ਕਰਦੇ ਨੇ ਜਿਹੜਾ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਵਿੱਚ ਵਰਤਾਇਆ ਹੋਇਆ ਹੈ। ਤੂੰ ਉਸ ਸ਼ਬਦ ਦੇ ਨਾਲ ਜੁੜ, ਉਸ ਪਰਮਾਤਮਾ ਦੀ ਹੋਂਦ ਦੇ ਨਾਲ ਜੁੜ, ਉਸ ਪਰਮਾਤਮਾ ਦੀ ਹੋਂਦ ਦੇ ਅਹਿਸਾਸ ਦੇ ਨਾਲ ਜੁੜ। ਅਸੀਂ ਤੇ ਆਪਣੇ ਹੀ ਖਿਆਲਾਂ ਦੇ ਵਿੱਚੋਂ ਨਹੀਂ ਨਿਕਲ ਪਾਉਂਦੇ। ਸਾਡੀ ਜਿਹੜੀ ਸਾਰਿਆਂ ਤੋਂ ਵੱਡੀ ਵਿਡੰਬਨਾ ਹੈ ਉਹ ਇਹੀ ਹੈ ਕਿ ਅਸੀਂ ਆਪਣੇ ਹੀ ਖਿਆਲਾਂ ਦੀ ਕੈਦ ਦੇ ਵਿੱਚ ਹਮੇਸ਼ਾ ਬੰਨੇ ਰਹਿੰਦੇ ਹਾਂ, ਸੰਗਲਾਂ ਵਿੱਚ ਜਕੜੇ ਰਹਿੰਦੇ ਹਾਂ। ਆਪਣੇ ਜਿੰਨੇ ਸਾਡੇ ਖਿਆਲ ਨੇ ਮੋਹ ਤੇ ਮਾਇਆ ਤੋਂ ਬਾਹਰ ਜਾਂਦੇ ਹੀ ਨਹੀਂ। ਗੁਰੂ ਤਾਂ ਉਹ ਧਾਰਨ ਕਰ ਜੇ ਮੇਰੀ ਮੋਹ ਛੁੱਟ ਜਾਏ, ਤਾਂ ਇਹ ਸੰਸਾਰ ਦਾ ਮੋਹ ਛੁੱਟੇਗਾ ਤੇ ਨਿਰੰਕਾਰ ਵੱਲ ਯਾਤਰਾ ਸ਼ੁਰੂ ਹੋਏਗੀ। ਇਹ ਤ੍ਰਿਸ਼ਨਾਵਾਂ ਖਤਮ ਹੋਣਗੀਆਂ ਤੇ ਪਰਮਾਤਮਾ ਨਾਲ ਪਿਆਰ ਆਵੇਗਾ।
ਇਹ ਸ਼ੂਨਿਆਂ ਦੀ ਗੱਲ ਨਹੀਂ ਹੈ। ਸ਼ੂਨਿਆਂ ਤੋਂ ਭਾਵ ਹੈ ਕਿ ਕੁਝ ਵੀ ਨਾ ਹੋਵੇ, ਪਰ ਪਾਤਸ਼ਾਹ ਕਹਿੰਦੇ ਨੇ ਮੇਰਾ ਪ੍ਰੇਮ ਲੱਗੇ ਤੇ ਪਰਮਾਤਮਾ ਦੇ ਨਾਲ ਲੱਗੇ, ਪਰਮਾਤਮਾ ਦੇ ਖਿਆਲਾਂ ਦੇ ਨਾਲ ਲੱਗੇ। ਪਰਮਾਤਮਾ ਦੇ ਖਿਆਲ ਕਿੱਥੋਂ ਆਏ? ਪਰਮਾਤਮਾ ਨੇ ਬੜੀ ਬਖਸ਼ਿਸ਼ ਕਰਕੇ ਇਸ ਸਾਰੇ ਮੰਡਲ ਦੇ ਵਿੱਚ, ਇਸ ਸਾਰੇ ਸ੍ਰਿਸ਼ਟੀ ਦੇ ਅੰਦਰ ਪਰਮਾਤਮਾ ਨੇ ਆਪਣਾ ਖਿਆਲ, ਆਪਣਾ ਸ਼ਬਦ ਵਰਤਾਇਆ ਹੋਇਆ ਹੈ। ਗੁਰੂ ਨਾਨਕ ਦੇ ਹਿਰਦੇ ਦੇ ਅੰਦਰ ਉਹ ਪ੍ਰਗਟ ਹੋਏ, ਧਰਮ ਗ੍ਰੰਥਾਂ ਦੇ ਰਚਨਹਾਰਿਆਂ ਦੇ ਹਿਰਦੇ ਵਿੱਚ ਪ੍ਰਗਟ ਹੋਏ, ਸਮੇਂ ਸਮੇਂ ਤੇ ਪ੍ਰਗਟ ਹੋਏ, ਮਨੁੱਖਤਾ ਨੂੰ ਰਾਹ ਦਿਖਾਉਣ ਵਾਸਤੇ ਪ੍ਰਗਟ ਹੋਏ। ਪਰ ਜੇ ਅਸੀਂ ਉਹਨੂੰ ਨਾ ਸਮਝੀਏ, ਉਹ ਧਰਮ ਗ੍ਰੰਥਾਂ ਨੂੰ ਨਾ ਸਮਝੀਏ, ਸਕ੍ਰਿਪਚਰ ਵੱਲ ਨਾ ਜਾਈਏ, ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਤ ਤਨ ਪਾਈਏ। ਪੋਥੀ ਪੁਰਾਣ ਕੇਵਲ ਪੜ੍ਹਨ ਦੀ ਗੱਲ ਨਹੀਂ ਹੈ, ਪੋਥੀ ਪੁਰਾਣ ਕਮਾਈਏ, ਉਹਨੂੰ ਕਮਾਉਣ ਦੀ ਗੱਲ ਹੈ। ਉਹਦੇ ਵਿੱਚ ਜਿਹੜਾ ਦਿਸ਼ਾ ਨਿਰਦੇਸ਼, ਜਿਹੜਾ ਖਿਆਲ ਦਿੱਤਾ ਹੈ, ਉਸ ਅਨੁਸਾਰ ਜੀਵਨ ਜਿਉਣ ਦੀ ਗੱਲ ਹੈ। ਤੇ ਜੇ ਉਸ ਅਨੁਸਾਰ ਜੀਵਨ ਨਹੀਂ ਜਿਉਣਾ, ਨਿਰਾ ਪੜ੍ਹਨ ਦਾ ਲਾਭ ਨਹੀਂ ਜੇ ਹੋਣਾ। ਹਾਂ, ਪਰ ਇਹਦਾ ਇਹ ਅਰਥ ਮਤਾ ਸਮਝ ਲਿਓ ਕਿ ਪੜ੍ਹਨ ਦੀ ਵੀ ਲੋੜ ਨਹੀਂ। ਪੜ੍ਹਾਂਗੇ, ਸਾਡੇ ਬੁੱਧੀ ਮੰਡਲ ਦੇ ਅੰਦਰ, ਸਾਡੇ ਖਿਆਲਾਂ ਦੇ ਅੰਦਰ ਉਹ ਬਾਣੀ ਦੇ ਖਿਆਲ ਵੀ ਚੱਕਰ ਲਗਾਉਣੇ ਸ਼ੁਰੂ ਕਰ ਦੇਣਗੇ। ਸੋ ਸਾਨੂੰ ਲੋੜ ਹੈ ਬਾਰ-ਬਾਰ ਬਾਣੀ ਪੜ੍ਹਨ ਦੀ, ਪਾਠ ਕਰਨ ਦੀ, ਅੰਤःਕਰਨ ਦੇ ਅੰਦਰ ਚੁੱਪਚਾਪ ਅੱਖਾਂ ਬੰਦ ਕਰਕੇ, ਅੱਖਾਂ ਖੋਲ ਕਰਕੇ, ਕੰਨ ਬੰਦ ਕਰਕੇ, ਕੰਨ ਖੋਲ ਕਰਕੇ ਬਾਣੀ ਦੀ ਗੱਲ ਨੂੰ ਅੰਦਰ ਵਸਾਉਣ ਦੀ ਗੱਲ ਹੈ। ਜਿਸ ਦਿਨ ਵਸੇਗੀ ਤੁਹਾਡੇ ਅੰਦਰ ਉਹ ਬਾਣੀ ਦੇ ਖਿਆਲ, ਉੱਠਦਿਆਂ ਬਹਿੰਦਿਆਂ ਬਾਣੀ ਦੀਆਂ ਤੁਕਾਂ ਤੁਹਾਨੂੰ ਗਾਈਡ ਕਰਨੀਆਂ ਸ਼ੁਰੂ ਕਰ ਦੇਣਗੀਆਂ। ਉਹ ਤਦ ਤੱਕ ਨਹੀਂ ਹੈ ਜਦ ਤੱਕ ਪੜ੍ਹੋਗੇ ਨਹੀਂ। ਸੋ ਪੜ੍ਹਨਾ ਪਹਿਲੀ ਸਟੇਜ ਹੈ, ਆਖਰੀ ਨਹੀਂ। ਕਮਾਉਣ ਦੀ ਗੱਲ ਇੰਪੋਰਟੈਂਟ ਹੈ, ਉਸ ਵਿੱਚ ਮਨ ਲਗਾਉਣ ਦੀ ਗੱਲ ਇੰਪੋਰਟੈਂਟ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜਦੋਂ ਵਹੀ ਨਦੀ ਚੋਂ ਨਿਕਲਦੇ ਨੇ ਤੇ ਨਾ ਕੋਈ ਹਿੰਦੂ ਨਾ ਮੁਸਲਮਾਨ ਦੀ ਗੱਲ ਕਰਦੇ ਨੇ, ਤੇ ਜਾਂਦੇ ਨੇ ਮਸਜਿਦ ਦੇ ਅੰਦਰ ਤੇ ਗੱਲ ਕੀ ਕਰਦੇ ਨੇ? ਭਾਈ ਨਮਾਜ਼ ਪੜ੍ਹੋ, ਜ਼ਰੂਰ ਪੜ੍ਹੋ, ਪਰ ਤੁਹਾਡਾ ਮਨ ਇੱਧਰ ਉੱਧਰ ਨਾ ਜਾਏ। ਇਹੀ ਤਾਂ ਯੋਗ ਹੈ, ਇਹੀ ਤਾਂ ਸਿੱਧੀ ਹੈ, ਇਹੀ ਤਾਂ ਪੀਰੀ ਹੈ ਕਿ ਸਾਡਾ ਮਨ ਟਿਕ ਜਾਏ। ਜਿਸ ਦਿਨ ਮਨ ਟਿਕ ਗਿਆ, ਗੱਲ ਹੋ ਗਈ। ਏਕ ਚਿਤ ਜਾਂ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਤੇ ਸੌਖਾ ਕੰਮ ਨਹੀਂ ਜੇ। ਮਨੁੱਖ ਸਮਝਦਾ ਮੈਂ ਆਪਣੇ ਯਤਨ ਨਾਲ ਕਰ ਲਵਾਂ। ਮਨ ਜੋਤ ਸਰੂਪ ਹੈ ਨਾ, ਪਰਮਾਤਮਾ ਦੀ ਜੋਤੀ ਹੈ ਨਾ, ਤੇ ਪਰਮਾਤਮਾ ਕਿਰਪਾ ਕਰੇ ਤੇ ਮਨ ਟਿਕਦਾ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਤੇ ਅਸੀਂ ਯਾਚਨਾ ਕਿਉਂ ਨਾ ਕਰੀਏ ਉਸ ਪਰਮਾਤਮਾ ਦੇ ਅੱਗੇ, ਦਾਤਾ ਇਹ ਮਨ ਬੜਾ ਭਜਦਾ, ਮਨ ਪਰਦੇਸੀ ਵੇਥੀਏ ਸਭ ਲੋਕ। ਇਹ ਮਨ ਜਗ੍ਹਾ ਜਗ੍ਹਾ ਭਟਕਦਾ, ਨੀ ਘਰਿਆਂ ਘਰ ਆਓ। ਇਹਨੇ ਖਿਆਲ ਕਿੱਥੇ, ਮਨ ਕਿੱਥੇ ਦੌੜਦਾ? ਕਦੀ ਗੁਆਂਢੀ ਦੇ ਘਰ ਚਲਾ ਜਾਂਦਾ, ਕਦੀ ਧੀਆਂ ਪੁੱਤਰਾਂ ਦੇ ਘਰ ਚਲਾ ਜਾਂਦਾ, ਕਦੀ ਮਾਪਿਆਂ ਦੇ ਘਰ ਪਹੁੰਚ ਜਾਂਦਾ। ਨਿਜ ਘਰ ਵਿੱਚ ਤੇ ਟਿਕਦਾ ਹੀ ਨਹੀਂ। ਤੇ ਜਿਸ ਦਿਨ ਨਿਜ ਘਰ ਵਿੱਚ ਟਿਕ ਗਿਆ, ਗੱਲ ਬਣ ਜਾਏਗੀ, ਮਨ ਜੀਤੇ ਜਗਜੀਤ ਹੋ ਜਾਏਗਾ। ਸਾਡੇ ਖਿਆਲ, ਅਸੀਂ ਜੋ ਇਹ ਮੇਰੇ ਖਿਆਲ ਨਹੀਂ, ਹਾਂ ਮੇਰੇ ਹੋ ਸਕਦੇ ਨੇ ਜੇ ਇਹ ਵਾਇਸਿਸ ਵਿੱਚ ਨੇ, ਪਰ ਜਿਸ ਦਿਨ ਇਹ ਖਿਆਲ ਦਾਤਾ ਜੋ ਤੂੰ ਬਖਸ਼ ਰਿਹਾ ਹੈ ਸਭ ਤੂੰ ਹੀ ਤੂੰ ਹੈ, ਮੇਰਾ ਮੁਝ में कुछ नहीं, जो कुछ है सो तेरा, तेरा तुझको सौंपते क्या लागे मेरा। जिस दिन ये अवस्था बनेगी, ये मेरा शरीर, ये मेरा मन, ये मेरी आत्मा, जो मैं बोल रहा दाता तू ही बुला रहे हैं। ਇਹਦੇ 'ਚ ਮੇਰੀ ਤਾਂ ਕੋਈ ਸੱਤਿਆ ਹੀ ਨਹੀਂ ਹੈ, ਮੇਰੀ ਤਾਂ ਕੋਈ ਪਾਇਆ ਹੀ ਨਹੀਂ ਹੈ। ਇਹ ਦਿਮਾਗ ਬੁੱਧੀ ਕਿੰਨੇ ਦਿੱਤੀ ਹੈ? ਅਰਦਾਸ ਵਿੱਚ ਰੋਜ਼ ਕਹਿੰਦੇ ਆ
ਮਨ ਨੀਵਾ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਇਹ ਮਤ ਦਾ ਰਾਖਾ ਤੇ ਉਹ ਹੈ, ਤੇ ਮਿੰਟ ਲੱਗਦਾ ਹੈ ਸੁਲਤਾਨਾ ਘਾਓ ਕਰਾਉਣ ਦਾ, ਮਿੰਟ ਲੱਗਦਾ ਹੈ ਮਤ ਫਿੱਟ ਜਾਏ। ਦਾਤਾ ਇਹ ਤੇਰੀ ਬਖਸ਼ਿਸ਼ ਹੈ ਕਿ ਤੂੰ ਮੈਨੂੰ ਇਹ ਸੋਹਣੀ ਮਤ ਦਿੱਤੀ ਹੈ। ਦਾਤਾ ਇਹ ਤੇਰੀ ਬਖਸ਼ਿਸ਼ ਹੈ, ਇਹ ਬੁੱਧ ਘੜਨ ਦਾ ਵੱਲ ਤੂੰ ਦੱਸਿਆ, ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਮਤ ਦੇ ਉੱਤੇ ਜਦੋਂ ਵੇਦ ਦੇ ਹਥੌੜੇ ਲੱਗਦੇ ਨੇ, ਗਿਆਨ ਦੇ ਹਥੌੜੇ ਲੱਗਦੇ ਨੇ, ਘੜੀ ਜਾਂਦੀ ਹੈ। ਤੇ ਗਿਆਨ ਕੀ ਹੈ? ਪਰਮਾਤਮਾ ਦੀ ਹੋਂਦ ਦਾ ਅਹਿਸਾਸ। ਮਤਾ ਇਹ ਸਮਝ ਲਿਓ ਕਿ ਗਿਆਨ ਦਾ ਅਰਥ, ਜਿਵੇਂ ਜਦੋਂ ਅਸੀਂ ਸੱਚ ਦੇ ਸੰਕਲਪ ਦੀ ਗੱਲ ਕੀਤੀ ਸੀ, ਤੇ ਅਸੀਂ ਉਦੋਂ ਗਿਆਨ ਦਾ ਖੁਲਾਸਾ ਕੀਤਾ ਸੀ ਕਿ ਗਿਆਨ ਕੀ ਹੈ। ਗੁਰਬਾਣੀ ਦੇ ਅਨੁਸਾਰ ਗਿਆਨ ਕਿਸ ਨੂੰ ਆਖਿਆ ਹੈ? ਗੁਰਬਾਣੀ ਦੇ ਅਨੁਸਾਰ ਗਿਆਨ ਆਖਿਆ ਹੈ ਜਿਸ ਦਿਨ ਤੇਰੇ ਅੰਦਰ ਬ੍ਰਹਮ ਦੀ ਪਛਾਣ ਆ ਜਾਏ, ਉਸ ਦਿਨ ਤੈਨੂੰ ਗਿਆਨ ਹੋਇਆ। ਕੀਤੀ ਹੈ ਉਹ ਪਰਮਾਤਮਾ ਦੇ ਪਛਾਣ ਦੀ, ਉਹਦੇ ਹੋਂਦ ਦੀ ਗੱਲ ਬਾਣੀ ਵਿੱਚ ਕੀਤੀ ਗਈ ਹੈ, ਜਿਸ ਨੂੰ ਗਿਆਨ ਆਖਿਆ ਹੈ, ਜਿਸ ਨੂੰ ਗਿਆਨ ਖੰਡ ਮੇ ਗਿਆਨ ਪ੍ਰਚੰਡ ਆਖਿਆ ਹੈ। ਪਾਤਸ਼ਾਹ ਜੀ ਨੇ ਨਿਰਗੁਣ ਤੇ ਸਰਗੁਣ ਦੇ ਸਰੂਪ ਦੀ ਗੱਲ, ਕਿ ਮਨੁੱਖ ਨਿਰਗੁਣ ਦੀ ਭਗਤੀ ਕਰੇ ਕਿ ਸਰਗੁਣ ਦੀ ਭਗਤੀ ਕਰੇ, ਕਿ ਦੋਹਾਂ ਦੀ ਕਰੇ ਤੇ ਕਿਵੇਂ ਕਰੇ। ਸਰਗੁਣ ਦਾ ਸਰੂਪ ਆਰਤੀ ਦੇ ਵਿੱਚ ਬਹੁਤ ਸੋਹਣਾ ਵਿਆਖਿਆਨ ਕੀਤਾ ਗਿਆ। ਗगन में थाल रवचंद दीपक बने, तारिक मंडल जनक मोती, धूप मलयान लो पवन चवरो करे, सगल बनराए फुलंत ज्योति। कैसी आरती होए पवखंडना तेरी आरती, अनहता शब्द वजंत पेरी। सारी सृष्टि विच शब्द वरत रहा है। सहस तव नैन नन नैन है तोहे को। ऐसो सोहनी सरगुण ते निर्गुण की व्याख्या होर किहड़ी होएगी? सहस तव नैन, ये जिन्ने नैन ने सृष्टि दे अंदर, जिन्ने मनुखा दे नैन ने, जिन्ने जी जनता दे नैन ने, दाता सब तेरे ही नैन ने, पर निर्गुण स्वरूप अनुसार एक भी नैन तेरा नहीं। भाव सृष्टि दे विच तो रमिया होया। सहस तव नैन नन नैन है तोय को, सहस मूर्त, ये सारिया मूर्तियां तेरिया ही ने दाता। ऐ हुण जिहड़ी गल है, किसी एक मूर्ति नूं इष्ट धार के उसकी पूजा करन दी गल नहीं कर रहे। रब नूं वेखना ही तो सारी कुदरत विच वेख लै। सोदर तेरा गया सोगर गया जित बै सर्व संभाले, कुदरत दिसै कुदरत सुने, कुदरत भो सुख सार। भाव सारी सृष्टि सारी कुदरत ये तेरा ही रूप है, पर निर्गुण स्वरूप विच तेरा एक भी रूप नहीं। तू की कीता है? एके पाथर धरिए पाँव, एके पाथर रखिए पाँव। एक पत्थर दे उत्ते खलो गया ते दूसरे पत्थर दे अगे सीस निवा दिता। ये भगती परवान नहीं। किहड़ी भगती परवान है? सारी सृष्टि विच वेख, अपने मापियां विच वेख, अपने पुत्रां विच वेख। रमैया के गुण चेत पराने, कवन मूल ते कवन दृष्टानी, जिन तू साज सवार सगारिया, गर्भ अगन में जिन्हें उबारिया। तू रोटी खा रहा है, कमरे विच रह रहा है, सोहने मंदिर सोहनी कोठी एसी तैनूं दिता है, तू इत्थे बैठा है। याद कर जह प्रसाद सती अमृत खाए, तिस रख को रख मन माए। जह प्रसाद बसै सुख मंदिर, तिसे ध्याए सदा मन अंदर। जो तेनू मिल रहा है, जो तू सुख भोग रहा है, परमात्मा दा शुक्र कर। ते जिस दिन शुक्र आ गया, उस दिन मन दे विचों रोसा ते गिला ही खत्म हो जाएगा। असी किसी दे प्रति रोसा ते गिला मन दे विच गंढा बन के रखियां हुई हैं। एने मेरे नाल ऐ कीता, ओहदा नां की लैता ही मेरे ते सत्ते कपड़ी अग लग गई। आम असी कह देंगे मती बजाए ये दे कि किसी ने कदे कोई गलत काम तुहाडे नाल हो गया, तुसी ओहदे प्रति रोसा गिला मन दे विच गंढां बन के रख लईआं ते ओहदा नां लिआई, मेरे सत्ते कपड़े अग लग गई। भाव की ਇਹ ਚਿੰਗਾਰੀ ਤਾਂ ਬਾਹਰੋਂ ਆਈ,
ਪਰ ਜਿਹੜਾ ਪੈਟਰੋਲ ਸੀ ਨਾ, ਉਹ ਮੇਰੇ ਹਿਰਦੇ ਵਿੱਚ ਪਹਿਲਾਂ ਹੀ ਪਿਆ ਹੋਇਆ ਸੀ। ਉਹ ਚਿੰਗਾੜੀ ਨੇ ਤੇ ਭਾਂਬੜ ਮਚਾ ਦਿੱਤਾ। ਇਹ ਸਾਰਾ ਬਰੂਦ ਮੇਰੇ ਹਿਰਦੇ ਦੇ ਵਿੱਚ ਬੈਠਾ ਹੋਇਆ ਹੈ। ਅਸੀਂ ਤੇ ਰੱਬ ਨਾਲ ਵੀ ਰੋਸਾ ਗਿਲਾ ਕਰ ਲੈਂਦੇ ਹਾਂ, ਉਹਦੇ ਉੱਤੇ ਵੀ ਗਿਲਾ ਕਰ ਦਿੰਦੇ ਹਾਂ। ਰੋਸ ਨਾ ਕਾਹੂ ਸੰਗ ਕਰੋ। ਕਿਸੇ ਨਾਲ ਵੀ ਰੋਸ ਕਰਨ ਦੀ ਲੋੜ ਨਹੀਂ, ਸਿਰਫ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ। ਸਭ ਤੇ ਹਮ ਬੁਰੇ, ਹਮ ਤਜ ਬੁਰੋ ਨਾ ਕੋਏ। ਸਭ ਸਾਰੇ ਭਲੇ ਨੇ, ਇਹ ਸਾਰੇ ਸੰਸਾਰ ਦੇ ਵਿੱਚ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਬੁਰਾ ਭਲਾ ਤਿੱਚਰ ਆਖਦਾ, ਜਿੱਚਰ ਹੈ ਦੋਏ ਮਾਂ। ਜਦ ਤੱਕ ਕੋਈ ਦਵੈਤ ਹੈ ਮਨ ਦੇ ਅੰਦਰ, ਤਦ ਤੱਕ ਮਨੁੱਖ ਬੁਰਾ ਤੇ ਭਲਾ ਕਹਿੰਦਾ, ਕਿਸੇ ਦੇ ਪ੍ਰਤੀ ਰੋਸ ਕਰਦਾ। ਰੋਸ ਕਿਸੇ ਨਾਲ ਕਰਨ ਦੀ ਲੋੜ ਨਹੀਂ। ਪਾਤਸ਼ਾਹ ਨੇ ਤਾਂ ਕਦੀ ਜਹਾਂਗੀਰ ਨਾਲ ਵੀ ਰੋਸ ਨਹੀਂ ਕੀਤਾ, ਔਰੰਗਜ਼ੇਬ ਨਾਲ ਵੀ ਰੋਸ ਨਹੀਂ ਕੀਤਾ, ਚੰਦੂ ਨਾਲ ਵੀ ਰੋਸ ਨਹੀਂ ਕੀਤਾ। ਤੇ ਅਸੀਂ ਤੇ ਗੱਲ ਗੱਲ ਉੱਤੇ ਆਪਣੇ ਬੱਚਿਆਂ ਨਾਲ, ਮਾਪਿਆਂ ਨਾਲ, ਹਸਬੈਂਡ ਵਾਈਫ ਨਾਲ, ਸਭ ਨਾਲ ਹੀ ਰੋਸ ਕਰਦੇ ਹਾਂ। ਤੇ ਅਸੀਂ ਫਿਰ ਜੈ ਪ੍ਰਸਾਦ ਕਿਵੇਂ ਕਹਿੰਦੇ ਹਾਂ? ਜੇ ਜੈ ਪ੍ਰਸਾਦ ਆਖਦੇ ਹਾਂ ਤੇ ਮਨ ਦੇ ਵਿੱਚੋਂ ਰੋਸ ਵੀ ਖਤਮ ਹੋ ਜਾਣਾ ਚਾਹੀਦਾ ਹੈ। ਤੇ ਜਿਸ ਦਿਨ ਰੋਸ ਖਤਮ ਹੋ ਜਾਏਗਾ, ਉਹ ਤੂੰ ਹੀ ਵਰਤਦਾ ਸਾਰੇ ਸੰਸਾਰ ਵਿੱਚ ਨਜ਼ਰ ਆਵੇਗਾ। ਸੰਸਾਰ ਦੇ ਅੰਦਰ ਪਾਤਸ਼ਾਹ ਤਾਂ ਇੱਕ ਹੋਰ ਗੱਲ ਕਹਿੰਦੇ ਨੇ, ਆਤਮ ਪਰਾਤਮ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ। ਜਿਸ ਦਿਨ ਇਹ ਸਮਝ ਲਿਆ, ਜੋ ਆਤਮ ਮੇਰੇ ਵਿੱਚ ਹੈ, ਜੋ ਆਤਮਾ ਪਰਮਾਤਮਾ ਨੇ ਮੇਰੇ ਵਿੱਚ ਪਾਈ ਹੈ, ਉਹ ਗੁਆਂਢੀ ਦੇ ਹਿਰਦੇ ਵਿੱਚ ਵੀ ਪਾਈ ਹੈ, ਮਾਪਿਆਂ ਦੇ ਹਿਰਦੇ ਵਿੱਚ ਵੀ ਪਾਈ ਹੈ, ਇਹ ਮੇਰੇ ਬੱਚਿਆਂ ਦੇ ਹਿਰਦੇ ਵਿੱਚ ਵੀ ਪਾਈ ਹੈ। ਆਤਮ ਪਰਾਤਮ ਪਰ ਆਤਮ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ। ਅੰਦਰ ਦੀ ਦੁਬਦਾ ਉਦੋਂ ਮਰਦੀ ਹੈ ਜਦੋਂ ਇਹ ਦਵੈਸ਼ ਖਤਮ ਹੋ ਜਾਏ। ਤੇ ਜਦੋਂ ਤੱਕ ਇਹ ਕਾਇਮ ਹੈ, ਤਦ ਤੱਕ ਬ੍ਰਹਮ ਦੀ ਪਛਾਣ ਨਹੀਂ ਹੋ ਸਕਦੀ। ਸਰਗੁਣ ਰੂਪ ਨੂੰ ਮੈਂ ਹਲੇ ਦੀਦਾਰ ਨਹੀਂ ਕੀਤੇ, ਨਿਰਗੁਣ ਤੱਕ ਜਾਣ ਦੀ ਗੱਲ ਤਾਂ ਦੂਰ ਹੈ। ਇਹ ਸਰਗੁਣ ਦੀ ਜਦੋਂ ਇੱਕ ਮਿਕਤਾ ਹੋ ਜਾਂਦੀ ਹੈ, ਕੁਦਰਤ ਦੇ ਨਾਲ ਤੇਰੀ ਹਾਰਮੋਨੀ ਬਣ ਜਾਂਦੀ ਹੈ, ਇਹ ਸਾਰੀ ਜੀਵਾਂ ਦੇ ਨਾਲ ਤੇਰੀ ਹਾਰਮੋਨੀ ਬਣ ਜਾਂਦੀ ਹੈ, ਜਿਸ ਬਾਰੇ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਤੋ ਪਿਰਿਆਂ ਦੀ ਸਿੱਖ ਹਿਆਉ ਨਾ ਕਾਹੇ ਠਈਦਾ। ਕਿਸੇ ਦਾ ਦਿਲ ਨਾ ਤੋੜੀ, ਕੋਈ ਐਵੇਂ ਦਿਲ ਦੁਖਾਵੀਂ ਗੱਲ ਨਾ ਕਰੀ ਕਿਸੇ ਦੇ ਨਾਲ। ਤੇ ਜਿਸ ਦਿਨ ਇਹ ਗੱਲ ਆ ਜਾਏਗੀ ਮਨ ਦੇ ਅੰਦਰ, ਮੇਰੇ ਇਹ ਆਏਗਾ ਕਿ ਸਭ ਤੂੰ ਹੀ ਤੂੰ ਹੈ। ਇਹ ਜੋ ਕੋ ਤੂੰ ਮੈਨੂੰ ਬਣਾਇਆ ਤੇਰੀ ਕਿਰਪਾ ਹੈ, ਇਹ ਤੂੰ ਖਿਆਲ ਦਿੱਤੇ ਨੇ ਤੇਰੀ ਕਿਰਪਾ ਹੈ, ਤੂੰ ਬਾਣੀ ਦੇ ਲੜ ਲਾਇਆ ਤੇਰੀ ਕਿਰਪਾ ਹੈ, ਤੂੰ ਨਾਮ ਜਪਾਉਣ ਵਾਸਤੇ ਮੈਨੂੰ ਸਮਾਂ ਬਖਸ਼ਿਆ ਤੇਰੀ ਕਿਰਪਾ ਹੈ। ਤੇਰੇ ਦਰ ਤੇ ਆਇਆ, ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਇਹ ਤੂੰ ਲੈ ਕੇ ਆਇਆ ਮੈਨੂੰ ਗੁਰਦੁਆਰੇ? ਨਹੀਂ ਦਾਤਾ, ਇਹ ਵੀ ਤੇਰੀ ਕਿਰਪਾ, ਮੈਂ ਬਲਿਹਾਰ ਜਾਣਾ। ਜਿਸ ਦਿਨ ਮਨੁੱਖ ਇਸ ਸ਼ੁਕਰ ਵਿੱਚ ਆ ਜਾਂਦਾ ਹੈ, ਇਸ ਬਲਿਹਾਰ, ਇਸ ਕੁਰਬਾਨ ਤੋਂ ਆ ਜਾਂਦਾ ਹੈ, ਤੇ ਉਸ ਨੂੰ ਸਮਝ ਆਉਂਦੀ ਹੈ। ਤੇ ਕਈ ਵਾਰੀ ਇਹ ਵੀ ਗੱਲ ਖਿਆਲ ਆਉਂਦਾ ਹੈ, ਬੈਠੇ ਇਸ ਗੱਲ ਦਾ ਵੀ ਖਿਆਲ ਆ ਰਿਹਾ ਸੀ ਕਿ ਸਿੱਖ ਫਿਲਾਸਫੀ ਦੀ ਜਿਹੜੀ ਸ਼ਿਖਰ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਫਰਨਾਮਾ ਹੈ। ਉਹ ਜ਼ਫਰਨਾਮਾ ਲਿਖ ਕਿਹਨੂੰ ਰਹੇ ਨੇ? ਔਰੰਗਜ਼ੇਬ ਨੂੰ। ਔਰੰਗਜ਼ੇਬ ਜਦੋਂ ਇਹਨੂੰ ਪੜ੍ਹਦਾ ਹੈ, ਉਹਦੇ ਤੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਹੈ, ਉਹ ਬਹਿਬਲ ਹੋ ਜਾਂਦਾ ਹੈ ਗੁਰੂ ਦਰਸ਼ਨਾਂ ਨੂੰ। ਤੇ ਉਹਨੂੰ ਜਰਾ ਪੜ੍ਹੋ, ਗੁਰੂ ਪਾਤਸ਼ਾਹ ਕਿਧਰੇ ਉਸ ਦੇ ਗੁਣਾਂ ਦੀ ਸਿਫਤ ਕਰ ਰਹੇ ਨੇ ਔਰੰਗਜ਼ੇਬ ਦੇ, ਤੇ ਕਿਧਰੇ ਉਹਨੂੰ ਇੰਨੀਆਂ ਲਾਹਣਤਾਂ ਪਾ ਰਹੇ ਨੇ, ਜਿਵੇਂ ਪਾਤਸ਼ਾਹ ਸਾਡੇ ਲਈ ਵੀ ਕਹਿੰਦੇ ਨੇ। ਕਦੀ ਤੇ ਕਹਿੰਦੇ ਨੇ
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੇ ਕਦੀ ਕਹਿੰਦੇ ਸੁਣ ਮਨ ਅੰਧੇ ਕੁੱਤੇ ਕੂੜਿਆਰ, ਸਾਡੇ ਮਨ ਵਿੱਚ ਹੀ ਹੈ ਨਾ। ਹਰਨਾਖਸ਼ ਵੀ ਸਾਡੇ ਮਨ ਵਿੱਚ ਬੈਠਾ ਹੈ, ਕੋਈ ਬਾਹਰ ਨਹੀਂ ਹੈ। ਪ੍ਰਹਿਲਾਦ ਵੀ ਸਾਡੇ ਮਨ ਵਿੱਚ ਹੀ ਬੈਠਾ ਹੈ। ਗੱਲ ਕੇਵਲ ਆਪਣੇ ਮਨ ਦੀਆਂ ਅਵਸਥਾਵਾਂ ਨੂੰ ਤੇ ਇਸ ਮਨ ਨੂੰ ਘੜਨ ਦੀ ਹੈ। ਜਿਵੇਂ ਸੁਨਿਆਰਾ ਸੋਨੇ ਦੀ ਡਲੀ ਨੂੰ ਘੜ ਕੇ ਗਹਿਣਾ ਬਣਾ ਲੈਂਦਾ, ਤੇ ਤਿਵੇਂ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੀ। ਪ੍ਰੇਰਨਾ ਇਸੇ ਮਨ ਨੂੰ ਹੈ ਤੇ ਲਾਂਤਾਂ ਵੀ ਇਸੇ ਮਨ ਨੂੰ ਹੈ। ਹਾਂ, ਮਨ ਜਿਸ ਦਿਨ ਉਸ ਬਾਣੀ ਮੰਡਲ ਵਿੱਚ ਆ ਜਾਏਗਾ, ਮਨ ਦੇ ਇਰਦ ਗਿਰਦ ਜਦੋਂ ਬਾਣੀ ਦੇ ਖਿਆਲ ਘੁੰਮਣਗੇ, ਮਨ ਦੀ ਘਾੜਤ ਹੋ ਜਾਏਗੀ। ਸਰਗੁਣ ਸਰੂਪ ਇਸ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਇਹਦੇ ਦਿਦਾਰੇ ਹੋਣਗੇ ਤੇ ਇੱਥੋਂ ਦੀ ਸਾਡੀ ਨਿਰਗੁਣ ਦੀ ਯਾਤਰਾ ਵੀ ਸ਼ੁਰੂ ਹੋ ਜਾਏਗੀ। ਖਿਮਾ ਦੇ ਜਾਚਕਾਂ ਜੀ, ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਡਾਕਟਰ ਪ੍ਰਿੰਸੀਪਲ ਨਿੰਦਰਪਾਲ ਸਿੰਘ ਜੀ। ਨਿਰਗੁਣ ਤੇ ਸਰਗੁਣ ਦਾ ਇਹ ਵਿਸ਼ਾ ਅਸੀਂ 13 ਕੋਰਸਾਂ ਵਿੱਚ ਪਹਿਲੀ ਵਾਰ ਇਹ ਇੰਟਰੋਡਿਊਸ ਪਹਿਲੀ ਵਾਰ ਹੋ ਰਿਹਾ ਹੈ, ਔਰ ਬੜੀ ਖੂਬਸੂਰਤੀ ਨਾਲ ਪ੍ਰਿੰਸੀਪਲ ਸਰ ਨੇ ਨਿਰਗੁਣ ਔਰ ਸਰਗੁਣ ਦਾ ਜਿਹੜੀ ਫਿਲੋਸਫੀ, ਉਹਦਾ ਜਿਹੜਾ ਕੰਸੈਪਟ ਸਾਨੂੰ ਦੱਸਿਆ ਕਿ ਜਦ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਆਈ ਸੀ ਤੇ ਪਰਮਾਤਮਾ ਨਿਰਗੁਣ ਸੀ, ਪਰ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਰਚ ਕੇ ਆਪਣਾ ਪ੍ਰਕਾਸ਼ ਕੀਤਾ ਤਾਂ ਸਰਗੁਣ ਰੂਪ ਵਿੱਚ ਹੋ ਗਿਆ। ਆਪਣੇ ਆਪ ਲਈ ਆਪਣੇ ਵਿੱਚੋਂ ਹੀ ਇਹ ਸ੍ਰਿਸ਼ਟੀ ਸਾਜੀ। ਸਰਵ ਵਿਆਪਕਤਾ ਜਾਂ ਸਰਗੁਣ ਦਾ ਜਿਹੜਾ ਫਿਲੋਸਫੀ ਆਪ ਜੀ ਨੇ ਦੱਸੀ ਹੈ, ਤਾਂ ਮੈਨੂੰ ਬੜੀ ਵਾਰ, ਮੈਂ ਹੁਣ ਵੀ ਕਿੱਥੇ ਇੱਥੇ ਆਉਣ ਤੋਂ ਪਹਿਲੇ ਕਿੱਥੇ ਗੱਲ ਕਰ ਰਹੇ ਸੀ, ਕੋਈ ਗੁਰਮਤ ਦੀ ਕਲਾਸ ਸੀ, ਕਿ ਗੁਰੂ ਨਾਨਕ ਦੀ ਫਿਲੋਸਫੀ ਜਿਹੜੀ ਨਿਰਗੁਣ ਵਾਲੀ, ਸਰਗੁਣ ਵਾਲੀ, ਗੁਰੂ ਨਾਨਕ ਦਾ ਜਿਹੜਾ ਮੈਸੇਜ ਹੈ, ਇਹ ਪੂਰੀ ਕੌਸਮੋਸ ਲਈ ਹੈ, ਪੂਰੀ ਯੂਨੀਵਰਸ ਲਈ ਹੈ, ਪੂਰੀ ਬ੍ਰਹਮੰਡ ਦੀ ਗੱਲ, ਪੂਰੀ ਮਨੁੱਖਤਾ ਦੀ ਗੱਲ ਕਰਦੇ ਨੇ। ਔਰ ਮੈਨੂੰ ਬੜੀ ਵਾਰ ਇਹ ਗੱਲ ਦਾ ਅਫਸੋਸ ਲੱਗਦਾ ਕਿ ਅਸੀਂ ਗੁਰੂ ਨਾਨਕ ਨੂੰ ਸਿਰਫ ਕੇਸਾਂ ਵਾਲਿਆਂ ਦਾ ਗੁਰੂ ਕਹਿ ਕੇ ਬਹੁਤ ਛੋਟਾ ਕਰ ਦਿੰਦੇ ਹਾਂ। ਬਹੁਤ 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 ਵੱਡਾ ਗੁਰੂ ਨਾਨਕ ਹੈ, ਪੂਰੀ ਯੂਨੀਵਰਸ ਦੀ ਗੱਲ ਹੈ। ਔਰ ਜਿਹੜੀ ਸਰਗੁਣ ਦੀ ਗੱਲ ਹੈ, ਇਸ ਕਨਸੈਪਟ ਦੇ ਵਿੱਚੋਂ ਸਾਡੇ ਵਿੱਚ ਜਿਹੜੀਆਂ ਕੁਝ ਮਿਸਾਲਾਂ ਨੇ, ਭਾਵੇਂ ਇਤਿਹਾਸਕ ਤੌਰ 'ਤੇ ਰੱਖੀਏ, ਇਹ ਸਰਵ ਵਿਆਪਕਤਾ ਜਾਂ ਜਿਹੜੀ ਸਰਗੁਣ ਦਾ ਕਨਸੈਪਟ ਹੈ, ਇਹਦੇ 'ਚੋਂ ਹੀ ਭਾਈ ਗਨਈਆ ਦੀ ਗੱਲ ਨਿਕਲੀ ਜਦੋਂ ਉਹਨੇ ਦੁਸ਼ਮਣਾਂ ਵਿੱਚ ਵੀ ਰੱਬ ਨੂੰ ਵੇਖਿਆ। ਉਹਦੇ ਵਿੱਚੋਂ ਹੀ ਨਾਮਦੇਵ ਦੀ ਜਿਹੜੀ ਗੱਲ ਸਰਗੁਣ ਵਾਲੀ, ਕਿ ਉਹ ਕਾਹੇ ਕਾ ਮੰਗੋਲ, ਕਿ ਉਸਨੇ ਉਹਦੇ ਵਿੱਚੋਂ ਹੀ ਕ੍ਰਿਸ਼ਨ ਭਗਵਾਨ ਦੇਖ ਰਹੇ ਨੇ ਕਿ ਮੰਗੋਲ ਇੱਥੇ ਕਿਸ ਤਰ੍ਹਾਂ ਹੈ। ਇਵਨ ਮੀਰਾਂ ਦੀ ਗੱਲ ਹੈ, ਉਹ ਵੀ ਸਰਗਮ ਦੇ ਵਿੱਚੋਂ ਨਿਕਲੀ ਹੈ। ਭਗਤ ਪੂਰਨ ਸਿੰਘ 21ਵੀਂ ਸੈਂਚਰੀ ਜਾਂ 20ਵੀਂ ਸੈਂਚਰੀ ਦੇ ਵਿੱਚ, ਇਹ ਵੀ ਸਰਗੁਣ ਦਾ ਕਨਸੈਪਟ ਹੀ ਹੈ ਕਿ ਜਿੰਨੀ ਭਗਤ ਪੂਰਨ ਸਿੰਘ ਨੇ ਸੇਵਾ ਦੀ ਇੱਕ ਗੱਲ ਕੀਤੀ।